ਪਿੰਡ ਡੰਗਰ ਖੇੜਾ। ਜੀ ਹਾਂ, ਪਿੰਡ ਦਾ ਨਾਮ ਹੈ ਡੰਗਰ ਖੇੜਾ। ਸੁਣ ਕੇ ਤੁਹਾਨੂੰ ਹਾਸਾ ਤਾਂ ਆਇਆ ਹੋਵੇਗਾ, ਪਰ ਨਹੀਂ, ਤੁਸੀਂ ਵੀਡੀਓ ਅੰਤ ਤੱਕ ਦੇਖਣੀ ਹੈ। ਫਿਰ ਤੁਸੀਂ ਇਸ ਪਿੰਡ ਦੇ ਕਾਰਨਾਮੇ ਸੁਣ ਕੇ ਦੰਦਾਂ ਥੱਲੇ ਉਂਗਲ ਜ਼ਰੂਰ ਦੇਵੋਗੇ। ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਦਾ ਪਿੰਡ ਡੰਗਰ ਖੇੜਾ ਪਹਿਲਾਂ ਕਦੀ ਬਹਾਦਰ ਖੇੜਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਲਾਕੇ ਦੇ ਵਿੱਚ ਪਾਣੀ ਦੀ ਕਿੱਲਤ ਹੋਣ ਕਰਕੇ ਇਸ ਪਿੰਡ ਦਾ ਵੱਡਾ ਇੱਕ ਛੱਪੜ ਪਾਣੀ ਦੀ ਪੂਰਤੀ ਕਰਦਾ ਸੀ। ਨਜ਼ਦੀਕੀ ਪਿੰਡਾਂ ਦੇ ਲੋਕ ਵੀ ਛੱਪੜ ਦੇ ਵਿੱਚ ਆਪਣੇ ਡੰਗਰਾਂ ਨੂੰ ਪਾਣੀ ਪਿਲਾਉਣ ਲਈ ਲੈ ਕੇ ਆਉਂਦੇ ਸਨ। ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਇਸੇ ਤਰ੍ਹਾਂ ਹੌਲੀ-ਹੌਲੀ ਪਿੰਡ ਦਾ ਨਾਂ ਡੰਗਰ ਖੇੜਾ ਪੈ ਗਿਆ। ਪਿੰਡ ਦੇ ਬਾਰੇ ਸਾਰੀ ਜਾਣਕਾਰੀ ਲੈਣੇ ਹਾਂ ਅਸੀਂ ਲੈਕਚਰਰ ਸੁਰਿੰਦਰ ਕੁਮਾਰ ਜੀ ਕੋਲੋਂ। ਮੇਰੇ ਪਿੰਡ ਦਾ ਨਾਂ ਡੰਗਰ ਖੇੜਾ ਹੈ ਤੇ ਪਿਛਲੇ ਦਿਨਾਂ ਤੋਂ ਅਖਬਾਰਾਂ 'ਚ ਆ ਰਿਹਾ ਹੈ ਕਿ ਡੰਗਰ ਖੇੜਾ ਬਣਿਆ ਅਧਿਆਪਕ ਖੇੜਾ। ਹੁਣ ਗੱਲ ਇਹ ਹੈ ਕਿ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਨੂੰ ਪਹਿਲੀ ਗੱਲ ਪਿੰਡੋਂ ਬਾਹਰ ਜਾਣ ਦੀ ਵਾਰੀ ਕਿਹਾ ਜਾਂਦਾ ਸੀ ਕਿ ਬੇਟਾ ਪਿੰਡੋਂ ਬਾਹਰ ਜਾਓ, ਦੂਰ ਜਾਓ ਤਾਂ ਪਿੰਡ ਦਾ ਨਾਂ ਨਾ ਦੱਸਿਓ, ਡੰਗਰ ਖੇੜਾ। ਪਰ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ। ਸਾਡੇ ਬਜ਼ੁਰਗ ਦੱਸਦੇ ਨੇ ਵੀ ਸਾਡੇ ਪਿੰਡ ਦਾ ਨਾਂ ਬਹਾਦਰ ਖੇੜਾ ਸੀ। ਬਹੁਤ ਵੱਡਾ ਛੱਪੜ ਸੀ ਪਿੰਡ ਵਿੱਚ। ਆਸੇ-ਪਾਸੇ ਪਿੰਡਾਂ ਤੋਂ ਲੋਕ ਆਪਣੇ ਪਸ਼ੂਆਂ ਨੂੰ ਲੈ ਕੇ ਪਾਣੀ ਪਿਆਉਣ ਵਾਸਤੇ ਇੱਥੇ ਆਉਂਦੇ ਸੀ ਤੇ ਹੌਲੀ-ਹੌਲੀ ਪਸ਼ੂਆਂ ਦਾ ਜ਼ਿਆਦਾ ਫਲੋ ਹੋਣ ਕਰਕੇ ਇਸ ਪਿੰਡ ਦਾ ਨਾਂ ਵੀ ਡੰਗਰ ਖੇੜਾ ਪੈ ਗਿਆ। ਪਿਛਲੇ ਕੁਝ ਸਾਲਾਂ ਤੋਂ ਸਾਡੇ ਪਿੰਡ ਦਾ ਇੱਕ ਚਾਨਣ ਮੁਨਾਰਾ ਕੁਲਜੀਤ ਸਿੰਘ, ਉਸ ਬੰਦੇ ਦੀ ਮਿਹਨਤ ਅਤੇ ਇਹਨਾਂ ਬੱਚਿਆਂ ਦੀ ਵੀ ਮਿਹਨਤ ਹੈ, ਉਸ 'ਚ ਕੋਈ ਸ਼ੱਕ ਨਹੀਂ ਹੈ, ਪਰ ਉਸ ਬੰਦੇ ਦੀ ਮਿਹਨਤ ਕਰਕੇ ਇਹ ਪਿੰਡ ਡੰਗਰ ਖੇੜਾ ਤੋਂ ਅੱਜ ਅਧਿਆਪਕ ਖੇੜਾ ਬਣ ਗਿਆ ਹੈ। ਇਸ ਪਿੰਡ 'ਚ ਲਗਭਗ 200 ਟੀਚਰ ਅੱਜ ਪੰਜਾਬ ਸਰਕਾਰ ਦੇ ਵੱਖ-ਵੱਖ ਸਕੂਲਾਂ 'ਚ ਕੰਮ ਕਰ ਰਹੇ ਨੇ। ਹਰਿਆਣਾ, ਰਾਜਸਥਾਨ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਅਜੇ ਨੇ ਜਿਹੜੇ ਜਾ ਕੇ ਨੌਕਰੀਆਂ ਕਰ ਰਹੇ ਨੇ। ਇਸ ਪਿੰਡ ਦੇ ਜੇਕਰ ਲਹਿੰਦੇ ਵੱਲ ਝਾਤੀ ਮਾਰੀਏ ਨਾ ਤੇ ਪਾਕਿਸਤਾਨ ਦੀ ਸਰਹੱਦ ਲਗਭਗ 15-20 ਕਿਲੋਮੀਟਰ ਦੂਰੀ ਤੇ ਪੈਂਦੀ ਹੈ। ਇਸੇ ਤਰ੍ਹਾਂ ਦੱਖਣੀ ਬਾਹੀ ਵੱਲ ਰਾਜਸਥਾਨ ਦੀ ਹੱਦ ਇੰਨੀ ਕੀ ਦੂਰ ਹੈ। 10,000 ਦੀ ਆਬਾਦੀ ਵਾਲੇ ਇਸ ਪਿੰਡ ਦੇ ਵਿੱਚ 1200 ਦੇ ਕਰੀਬ ਘਰ ਨੇ ਤੇ 5,000 ਦੇ ਕਰੀਬ ਵੋਟਰਸ ਨੇ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਆ ਇਸ ਪਿੰਡ ਦੀ ਵਿਲੱਖਣਤਾ ਕੀ ਹੈ ਅਤੇ ਕਿਵੇਂ ਇਹ ਪਿੰਡ ਇਸ ਵਕਤ ਪੰਜਾਬ ਦੇ ਨਕਸ਼ੇ ਤੇ ਉੱਭਰ ਕੇ ਸਾਹਮਣੇ ਆ ਗਿਆ ਹੈ। 71% ਤੋਂ ਵੱਧ ਇਸ ਪਿੰਡ ਦੇ ਵਸਨੀਕ ਪੜ੍ਹੇ ਲਿਖੇ ਨੇ। ਪਿਛਲੇ ਦਿਨੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ETT ਅਧਿਆਪਕਾਂ ਦੀਆਂ 6635 ਅਸਾਮੀਆਂ ਚੋਂ 29 ETT ਅਧਿਆਪਕ ਇਸੇ ਪਿੰਡ ਦੇ ਭਰਤੀ ਹੋਏ, ਜਿਨ੍ਹਾਂ ਵਿੱਚੋਂ 16 ਲੜਕੀਆਂ ਨੇ। ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਭਰਤੀ ਹੋਏ ਅਧਿਆਪਕ ਲਗਭਗ ਸਾਰੇ ਹੀ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਨੇ। ਪਿੰਡ ਦੇ ਇਸ ਵਕਤ 150 ਤੋਂ ਵਧੇਰੇ ਪੁਰਸ਼ ਅਤੇ ਮਹਿਲਾਵਾਂ ਬਤੌਰ ਸਰਕਾਰੀ ਅਧਿਆਪਕ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਗੱਲ ਇੱਥੇ ਨਹੀਂ ਰੁਕਦੀ, ਇਸ ਤੋਂ ਅੱਗੇ ਵੀ ਝਾਤ ਮਾਰਾਂਗੇ। ਹੋਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀ ਕਰਦੇ ਨੇ ਪਿੰਡ ਵਾਸੀ ਤੇ ਉਹਨਾਂ ਦਾ ਅੰਕੜਾ 200 ਤੋਂ ਵੀ ਪਾਰ ਹੈ। ਪੰਜਾਬ ਦੇ ਵਿੱਚ ਵੀ ਕੋਈ 23 ਜ਼ਿਲ੍ਹਿਆਂ ਦੇ ਵਿੱਚੋਂ ਕੋਈ ਵੀ ਇਹੋ ਜਿਹਾ ਜ਼ਿਲ੍ਹਾ ਨਹੀਂ ਜਿਸ ਜ਼ਿਲ੍ਹੇ ਵਿੱਚ ਇਸ ਪਿੰਡ ਦਾ ਕੋਈ ਵੀ ਬੱਚਾ ਜਿਹੜਾ ਹੈ ਉਹ ਸਰਵਿਸ ਨਾ ਕਰਦਾ ਹੋਵੇ। ਹਰੇਕ ਜ਼ਿਲ੍ਹਾ ਇਸ ਪਿੰਡ ਨੇ ਕਵਰ ਕੀਤਾ ਹੋਇਆ ਹੈ। ਮੇਰੀ ਜਿਹੜੀ ਭਰਤੀ ਹੋਈ ਸੀ 2006 ਦੇ ਵਿੱਚ, ਅਸੀਂ ਇਸ ਪਿੰਡ ਦੇ ਵਿੱਚੋਂ 18 ਜਣੇ ਭਰਤੀ ਹੋਏ ਸੀਗੇ। ਉਸ ਟਾਈਮ ਇੱਕ ਇਤਿਹਾਸ ਸੀਗਾ ਵੀ 18 ਇੰਨੇ ਸਾਲ ਪਹਿਲਾਂ ਵੀ 18 ਜਣੇ ਅਸੀਂ ਭਰਤੀ ਹੋਏ ਸੀਗੇ। ਜਦੋਂ ਅਸੀਂ ਉਸ ਟਾਈਮ ਤਾਂ ਹੁਣ ਤਾਂ ਔਨਲਾਈਨ ਫਾਰਮ ਭਰੇ ਜਾਂਦੇ, ਉਸ ਟਾਈਮ ਆਫਲਾਈਨ ਫਾਰਮ ਸੀ। ਅਸੀਂ ਸਾਰੇ ਇਕੱਠੇ ਫਾਰਮ ਭਰਨ ਗਏ ਸੀਗੇ। 5 ਜਣੇ ਆਏ ਤਾਂ ਫਿਰੋਜ਼ਪੁਰ ਕਹਿੰਦੇ ਸਰ ਡੰਗਰ ਖੇੜੇ ਦੇ ਕਿੰਨੇ ਕੁ ਹੈਗੇ ਆ। ਮੈਂ ਕਿਹਾ ਸਰ ਅਜੇ 6 ਆਏ ਆ ਅਤੇ 7-8 ਜਣੇ ਹੋਰ ਪਿੱਛੇ ਹੈਗੇ ਆ। ਅਤੇ ਉਸ ਟਾਈਮ ਹੀ ਉਹ ਲੋਕ ਹੈਰਾਨ ਸੀਗੇ ਵੀ ਇਸ ਪਿੰਡ ਦੇ ਵਿੱਚ ਇੰਨੇ ਟੀਚਰ ਹੈਗੇ ਆ। ਪਿੰਡ ਡੰਗਰ ਖੇੜਾ ਦੀ ਵਿਲੱਖਣ ਪਹਿਚਾਣ ਬਣੀ ਹੈ ਇਹ ਲੜਕੀ ਵੀਨਾ, ਜੋ ਸਰਕਾਰ ਦੇ ਵੱਖ-ਵੱਖ 5 ਵਿਭਾਗਾਂ ਦੇ ਵਿੱਚ ਭਰਤੀ ਹੋ ਕੇ ਵੀ ਜਦ ਇਸ ਦੀ ਅੱਗੇ ਵਧਣ ਦੀ ਇੱਛਾ ਪੂਰੀ ਨਹੀਂ ਹੋਈ ਤਾਂ ਅੱਜ ਭਾਰਤ ਦੇ ਏਮਸ ਵਰਗੇ ਦਿੱਲੀ ਦੇ ਵੱਡੇ ਅਦਾਰੇ ਵਿੱਚ ਜਾ ਕੇ 6ਵੀਂ ਨੌਕਰੀ ਪ੍ਰਾਪਤ ਕਰ ਲਈ ਹੈ ਇਸਨੇ। ਵੀਨਾ ਜੀ, ਤੁਹਾਡੀ ਪ੍ਰੋਫਾਈਲ ਦੱਸ ਰਹੇ ਸੀਗੇ ਸਰ ਵੀ 5 ਨੌਕਰੀਆਂ ਤੋਂ ਜੰਪ ਕਰਕੇ ਅੱਜ 6ਵੀਂ ਨੌਕਰੀ ਤੇ ਪਹੁੰਚ ਗਏ ਹੋ। ਕਿਵੇਂ ਰਿਹਾ ਸਫ਼ਰ ਹੈ?
ਬਹੁਤ ਵਧੀਆ, ਕਿਉਂਕਿ ਮੈਂ ਇੱਥੋਂ ਹੀ ਪੜ੍ਹ ਕੇ ਗਈ ਹੋਈ ਹਾਂ। ਇਹ ਸਕੂਲ ਹੈਗਾ ਸੀ ਮੇਰਾ। ਇਹ ਸਰਕਾਰੀ ਸਕੂਲ 'ਚ? ਹਾਂਜੀ ਸਰ, ਆਰਟਸ ਕੀਤੀ ਹੋਈ ਸੀ। ਫਿਰ ਉਸ ਤੋਂ ਬਾਅਦ ਮੈਂ ਮੇਰਾ ਮੈਡੀਕਲ ਕਾਲਜ ਅਬੋਹਰ ਤੋਂ ਜੀਐਨਐਮ ਪੋਸਟ ਬੇਸਿਕ ਕੀਤੀ। ਉਸ ਤੋਂ ਬਾਅਦ ਵੀ ਫਿਰ ਮੈਂ ਟੈਸਟ ਵਗੈਰਾ ਦਿੰਦੀ ਰਹੀ। ਉਹ ਮੇਰੇ ਹਰ ਇੱਕ ਟੈਸਟ ਕਲੀਅਰ ਹੁੰਦਾ ਗਿਆ। ਬਸ ਇੱਕ ਹੀ ਸੁਪਨਾ ਸੀ ਵੀ ਮੇਰਾ ਮੈਂ ਦਿੱਲੀ ਏਮਸ 'ਚ ਜਾਣਾ ਹੈ ਅਤੇ ਨਰਸਿੰਗ ਆਫਿਸਰ ਦੀ ਜੋਬ ਹੋਲਡ ਕਰਨੀ ਹੈ। ਅਤੇ ਆਹ ਸੁਪਨਾ ਅੱਜ ਮੇਰਾ ਪੂਰਾ ਹੋ ਗਿਆ। ਅਤੇ ਬਹੁਤ ਹੀ ਮਾਣ ਦੀ ਗੱਲ ਹੈ ਇੱਥੇ ਪਿੰਡ ਵਾਸੀਆਂ ਨੂੰ, ਪੇਰੈਂਟਸ ਨੂੰ, ਕਿ ਇੱਕ ਮੈਂ ਨਰਸਿੰਗ ਆਫਿਸਰ ਦੀ ਜੋਬ ਹੋਲਡ ਕੀਤੀ ਹੈ। ਪਹਿਲਾਂ ਵੀ ਪਰਿਵਾਰ ਵਿੱਚੋਂ ਕੋਈ ਨੌਕਰੀ ਕਰਦਾ? ਬ੍ਰਦਰ ਕਰ ਰਿਹਾ ਐਜ਼ ਏ ਪ੍ਰਾਈਵੇਟ ਹੈ। ਅਤੇ ਨਹੀਂ, ਤੁਸੀਂ ਵੀ ਇਸ ਸਰਕਾਰੀ ਸਕੂਲ 'ਚ ਪੜ੍ਹੇ ਸਾਰਾ? ਹਾਂਜੀ ਸਰ, ਇੱਥੇ ਹੀ ਪੜ੍ਹ ਕੇ ਗਈ ਹੋਈ ਹਾਂ ਮੈਂ +2। ਉਸ ਤੋਂ ਬਾਅਦ ਹੀ ਮੈਂ ਨਰਸਿੰਗ ਦਾ ਪ੍ਰੋਫੈਸ਼ਨ ਚੂਜ਼ ਕੀਤਾ ਸੀ। ਉਸ ਤੋਂ ਬਾਅਦ ਮੈਂ ਤਿਆਰੀ ਕਰਦੀ ਗਈ ਅਤੇ ਐਜ਼ ਏ ਨਰਸਿੰਗ ਆਫਿਸਰ ਅੱਜ ਸਿਲੈਕਟ ਹੈਗੀ ਹਾਂ ਇੱਥੇ। ਆਪਾਂ ਗੱਲ ਕਰਦੇ ਹਾਂ ਕਿ ਭੈਣ ਜੀ, ਪਤਾ ਲੱਗਾ ਸੀ ਕਿ ਤੁਹਾਡੇ ਵੀ ਸਹੁਰਾ ਸਾਹਿਬ, ਤੁਹਾਡੇ ਹਸਬੈਂਡ ਸਾਰੇ ਹੀ ਅਧਿਆਪਕ ਦੀ ਜੌਬ ਵਿੱਚ ਆ। ਅਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਜੌਬ? ਮੈਨੂੰ ਸਰ ਹੁਣ 6 ਸਾਲ ਹੋ ਜਾਣਗੇ। ਅਤੇ ਮੇਰੇ ਪਾਪਾ, ਮੇਰੇ ਫਾਦਰ ਵੀ ਟੀਚਰ ਹੁਣ ਰਿਟਾਇਰਡ ਹੋ ਗਏ। ਉਹ ਵੀ ਟੀਚਰ, ਮੇਰੇ ਫਾਦਰ ਇਨ ਲੋ ਵੀ ਟੀਚਰ, ਹਸਬੈਂਡ ਵੀ ਟੀਚਰ। ਤਾਂ ਮੈਨੂੰ ਮਤਲਬ ਉਹ ਮਾਹੌਲ ਮਿਲ ਗਿਆ ਅਤੇ ਬਸ ਕੁਝ ਮਿਹਨਤ ਅਤੇ ਕੁਝ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਜੋਬ ਮਿਲ ਗਈ ਜੀ। ਜਿਵੇਂ ਕਿ ਲੜਕੇ ਤੁਹਾਡੇ ਪਿੰਡ ਦੇ ਕਾਫੀ ਹੋਏ ਨੇ, ਇਸ ਤਰ੍ਹਾਂ ਜਿੱਦਾਂ ਇਹ ਬੀਨਾ ਦੇ ਨਾਲ ਹੋਰ ਵੀ ਲੜਕੀਆਂ ਜਿਹੜੀਆਂ ਮਤਲਬ ਇਸ ਜੌਬ 'ਚ ਆ ਰਹੀਆਂ? ਹਾਂਜੀ ਹਾਂਜੀ, ਇੱਥੇ ਲੜਕੀਆਂ ਵੀ ਬਰਾਬਰ। ਪਹਿਲਾਂ ਲੜਕੀਆਂ ਘੱਟ ਪੜ੍ਹਦੀ ਸੀ, ਪਰ ਹੁਣ ਲੜਕੀਆਂ ਮੈਨੂੰ ਲੱਗਦਾ ਹੈ ਵੀ ਲੜਕੀਆਂ ਤੋਂ ਵੱਧ ਪੜ੍ਹਦੀਆਂ, ਮਿਹਨਤ ਕਰਦੀਆਂ। ਬਹੁਤ ਹੁਸ਼ਿਆਰ ਹੈ ਇੱਥੋਂ ਦੀ ਕੁੜੀਆਂ ਵੀ। ਸਰਕਾਰੀ ਨੌਕਰੀਆਂ ਦੇ ਵਿੱਚ ਭਰਤੀ ਪ੍ਰਕਿਰਿਆ ਦੀ ਤਿਆਰੀ ਕਰਨ ਲਈ ਪਿੰਡ ਦੇ ਵਿੱਚ 2 ਸੈਂਟਰ ਚੱਲ ਰਹੇ ਨੇ। ਆਓ ਦੇਖਦੇ ਹਾਂ ਬੱਚੇ ਕਿੰਜ ਤਿਆਰੀ ਕਰਦੇ ਨੇ, ਉਹਨਾਂ ਦੀ ਮਨੋਸਥਿਤੀ ਇਸ ਵੇਲੇ ਕੀ ਦਰਸਾ ਰਹੀ ਹੈ। मेरा नाम अर्चना है और मैंने ईटीटी की है और बीए भी की है साथ में। अभी मैं यहीं से टेट क्लियर किया है मैंने इसी एकेडमी से। ਤੁਹਾਡਾ 10ਵੀਂ ਦਾ ਰਿਜ਼ਲਟ ਆਇਆ ਅਤੇ ਪੰਜਾਬ ਦੀ ਮੈਰਿਟ ਵਿੱਚ ਨਾਂ ਆਇਆ, ਕਿੱਥੇ ਸਥਾਨ ਆਇਆ ਤੁਹਾਡਾ? ਸਰ 9ਵਾਂ ਰੈਂਕ ਆਇਆ ਸੀ ਮੇਰਾ, ਅਤੇ ਡਿਸਟ੍ਰਿਕਟ 'ਚ 3 ਰੈਂਕ ਆਇਆ ਸੀ। ਇਸੇ ਸਰਕਾਰੀ ਸਕੂਲ 'ਚ ਪੜ੍ਹਦੇ ਹੋ? ਹਾਂਜੀ, ਐਸੇ ਸਕੂਲ 'ਚ ਪੜ੍ਹੀ ਹਾਂ ਮੈਂ। ਅਤੇ ਹੁਣ +2 +1 ਵੀ ਇੱਥੋਂ ਹੀ ਕਰਦੀ ਹਾਂ ਮੈਂ। ਕੀ ਸਬਜੈਕਟ ਰੱਖਿਆ? ਨੋਨ ਮੈਡੀਕਲ ਰੱਖਿਆ ਹੁਣ। ਘਰ ਦੇ ਵਿੱਚ ਪਹਿਲਾਂ ਕੋਈ ਹੋਰ ਪੜ੍ਹਿਆ ਲਿਖਿਆ ਜਾਂ ਮਾਪੇ ਕੀ ਕਰਦੇ ਨੇ? ਮਜ਼ਦੂਰੀ ਕਰਦੇ ਨੇ, ਖੇਤੀ ਕਰਦੇ, ਕੀ ਕਰਦੇ? ਹਾਂਜੀ, ਮੇਰੇ ਚਾਚਾ ਜੀ ਪੜ੍ਹੇ ਹੋਏ ਆ ਅਤੇ ਉਹ ਟੀਚਰ ਲੱਗੇ ਹੋਏ ਆ, ਅਤੇ ਮੇਰੇ ਡੈਡੀ ਪ੍ਰਾਈਵੇਟ ਜੋਬ ਕਰਦੇ ਆ ਅਤੇ ਮੰਮੀ ਘਰ ਦਾ ਹੀ ਕੰਮ ਕਰਦੇ ਆ। ਮੇਰਾ ਨਾਮ ਸੰਜੇ ਹੈ ਅਤੇ ਮੈਂ ਸਰਕਾਰੀ ਸਕੂਲ ਦੇ ਵਿੱਚੋਂ ਹੀ 12ਵੀਂ ਕੀਤੀ ਹੈ। ਉਦੋਂ ਬਾਅਦ ਜਿਵੇਂ ਹੀ ਮੈਂ BA ਦੀ ਪੜ੍ਹਾਈ ਪੂਰੀ ਕੀਤੀ ਸੀ, ਉਦੋਂ ਮੈਂ ਕੁਲਜੀਤ ਸਰ ਦੇ ਘਰੇ ਜਦੋਂ ਗਿਆ, ਉਹਨਾਂ ਤੋਂ ਸਲਾਹ ਲਿੱਤੀ ਹੈ ਤਾਂ ਉਹਨਾਂ ਨੇ ਮੇਰੇ ਇੰਟਰਸਟ ਨੂੰ ਦੇਖ ਕੇ ਮੈਨੂੰ ETT ਕਰਨ ਦੀ ਸਲਾਹ ਦਿੱਤੀ ਸੀ। ਉਦੋਂ ਮੈਂ ETT ਜਦੋਂ ਕੰਪਲੀਟ ਕਰਕੇ ਕੁਲਜੀਤ ਸਰ ਦੇ ਘਰੇ ਗਿਆ ਸੀ ਕਿ ਮੇਰੇ ਇੰਨੇ % ਨੰਬਰ ਆਏ ਹੈ ਅਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ। ਮੇਰਾ ਨਾਮ ਅਰਸ਼ਦੀਪ ਸਿੰਘ, ਮੇਰੇ ਪਿਤਾ ਦਾ ਨਾਮ ਬਰਾਜ ਸਿੰਘ ਖਹਿਰਾ ਹੈ ਜੀ। ਉਹ ਵੀ ਪਹਿਲਾਂ ਟੀਚਰ ਰਹਿ ਚੁੱਕੇ ਹੈ ਜੀ। ਉਹਨਾਂ ਦੀ 2020 'ਚ ਰਿਟਾਇਰਮੈਂਟ ਹੋ ਗਈ ਹੈ ਜੀ। ਉਹ ਫਿਜ਼ੀਕਲ ਦੇ ਟੀਚਰ ਸੀਗੇ ਜੀ। ਜਿਵੇਂ ਉਹ ਟੀਚਰ ਸੀਗੇ ਜੀ, ਉਹਨਾਂ ਦਾ ਵੀ ਸੁਪਨਾ ਸੀ ਕਿ ਉਹਨਾਂ ਦੇ ਬੱਚੇ ਵੀ ਟੀਚਰ ਬਣਨ ਜੀ। ਮੇਰਾ ਇੱਕ ਭੈਣ ਅਤੇ ਭਰਾ 2 ਹੈਗੇ ਆ ਜੀ, ਅਤੇ ਉਹਨਾਂ ਸੁਪਨਾ ਪੂਰਾ ਕਰਨ ਵਾਸਤੇ ਸਾਨੂੰ ਉਹਨਾਂ ਨੇ ਪਿੰਡ ਸਕੂਲ ਪੜ੍ਹਾਇਆ ਗਿਆ ਜੀ। ਇਸ ਕਰਕੇ ਮੈਂ ਤਾਂ ਪਿਛਲੇ 2 ਸਾਲ ਜੁਆਇਨ ਕੀਤਾ ਜੀ, 1.5 ਸਾਲ ਹੋ ਗਏ ਨੇ। ਮੈਂ ਸਾਇੰਸ ਦਾ ਟੀਚਰ ਹਾਂ ਘੁੜਿਆਣੇ ਜੀ। ਅਤੇ ਮੇਰੀ ਭੈਣ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀਗਾ ਜੀ, ਉੱਥੇ ਵਿਆਹ ਹੋਣ ਦੇ ਬਾਵਜੂਦ ਹੀ ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਇੱਥੇ ਰਹਿ ਕੇ ETT ਕਰਵਾਈ। ਅਤੇ ਜਦੋਂ ਤਿਆਰੀ ਕਰਵਾਉਣ ਵਾਸਤੇ ਉੱਥੇ ਉਹਨਾਂ ਕੋਲ ਟਾਈਮ ਨਾ ਮਿਲਿਆ ਤਾਂ ਉਹਨਾਂ ਨੂੰ ਪਿੰਡ ਬੁਲਾ ਕੇ ਇੱਥੇ ਰਹਿ ਕੇ ਤਿਆਰੀ ਕਰਵਾਈ ਗਈ 3 ਮਹੀਨੇ, ਜਿਹੜੀ ਉਹਨਾਂ ਪਿੰਡ ਦੀ ਅਕੈਡਮੀ ਵਿੱਚ ਰਹਿ ਕੇ ਕੀਤੀ। ਅਤੇ ਜਿਵੇਂ ਮੈਂ ਸਾਇੰਸ ਟੀਚਰ ਹੋਣ ਦੇ ਨਾਲ ਉਹਨਾਂ ਨੂੰ ਸਾਇੰਸ ਵਿੱਚ ਵੀ ਮਦਦ ਕੀਤੀ। ਇਸ ਕਰਕੇ ਉਹਨਾਂ ਦਾ ਨੰਬਰ ਵਧੀਆ ਆ ਗਏ ਅਤੇ ਇਸ ਵਾਰ ਉਹ 66-35 ਪੋਸਟਾਂ 'ਤੇ ਭਰਤੀ ਹੋ ਚੁੱਕੇ ਹਨ। ਐਸੇ ਸਰਕਾਰੀ ਸਕੂਲ 'ਚ 5ਵੀਂ ਤੱਕ ਪੜ੍ਹ ਕੇ ਮੈਂ ਐਲੀਮੈਂਟਰੀ ਟੀਚਰ ਲੱਗਿਆ ਸਰ, ਅਤੇ ਇੱਥੇ ਹੀ ਮੈਂ 5ਵੀਂ ਤੱਕ ਪੜ੍ਹਾਈ ਕਰਕੇ ਅੱਗੇ ਸਾਡੇ ਪਿੰਡ ਦੇ ਸੈਕੰਡਰੀ ਸਕੂਲ ਤੱਕ +2 ਕਰਕੇ ਅੱਗੇ ਜੋ ਫਰਦਰ ਕੋਰਸ ਹੈ ਜਿਵੇਂ ETT ਹੈ, ਗ੍ਰੈਜੂਏਸ਼ਨ ਹੈ, ਉਹ ਕਰਕੇ ਮੈਂ ਇਹਨਾਂ 66-35 ਭਰਤੀਆਂ ਵਿੱਚ ਸਿਲੈਕਟ ਹੋ ਕੇ ਸਾਡੇ ਪਿੰਡ ਦੇ ਸਕੂਲ ਵਿੱਚ ਹੀ ਭਰਤੀ ਹੋਇਆ ਹਾਂ। ਮੇਰੇ ਨਾਲ ਦੇ ਬਹੁਤ ਸਾਰੇ ਸਟੂਡੈਂਟ ਵੀ ਭਰਤੀ ਹੋਏ ਨੇ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਇਸੇ ਪਿੰਡ ਦੀ ਰਹਿਣ ਵਾਲੀ ਹਾਂ। ਮੇਰਾ PS ਟੈਟ ਪਿਛਲੀ ਵਾਰੀ ਕਲੀਅਰ ਹੋਇਆ ਹੈ ਅਤੇ ਇੱਥੇ ਸੈਕਿੰਡ ਪੇਪਰ ਦੀ ਮੈਂ ਤਿਆਰੀ ਕਰ ਰਹੀ ਹਾਂ। ਅਗਰ ਸਾਨੂੰ ਕੋਈ ਵੀ ਚੀਜ਼ ਦੀ ਮਤਲਬ ਕੋਈ ਵੀ ਸਬਜੈਕਟ ਵਿੱਚ ਜੇ ਸਾਨੂੰ ਘਾਟ ਲੱਗਦੀ ਆ ਤਾਂ ਪਿੰਡ ਵਿੱਚ ਕੁਲਜੀਤ ਸਰ ਹੈ, ਉਹਨਾਂ ਦੇ ਘਰੇ ਜਾ ਕੇ ਅਸੀਂ ਪੁੱਛ ਸਕਦੇ ਹੈਗੇ। ਮੇਰਾ ਨਾਮ ਸਮੀਰ ਹੈ ਜੀ, ਅਤੇ ਮੈਂ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ।
ਤੇ ਮੇਰਾ ਹੁਣੇ ਹੀ ਪਿਛਲੇ ਸਾਲ ਟੈਟ ਕਲੀਅਰ ਹੋਇਆ ਹੈ ਤੇ ਮੇਰੇ 106 ਨੰਬਰ ਆਏ ਨੇ ਜੀ। ਮੇਰਾ ਨਾਮ ਰੋਹਿਤ ਕੁਮਾਰ ਹੈ ਜੀ। ਮੈਂ +2 ਸਰਕਾਰੀ ਗਵਰਨਮੈਂਟ ਸਕੂਲ ਵਿੱਚੋਂ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਮੈਂ BA ਕੰਪਲੀਟ ਕੀਤੀ ਗ੍ਰੈਜੂਏਟ ਹੋ ਕੇ ਫਿਰ ਮੈਂ ETT ਕੰਪਲੀਟ ਕੀਤੀ ਜੀ। ETT ਤੋਂ ਬਾਅਦ ਮੈਂ ਕੁਲਜੀਤ ਸਰ ਦੇ ਘਰੇ ਗਿਆ ਤੇ ਉਹਨਾਂ ਨੇ ਮੈਨੂੰ ਰਾਏ ਦਿੱਤੀ ਕਿ ਤੁਸੀਂ ETT ਕਰੋ। ਮੇਰਾ ਨਾਮ ਸੁਨੀਤਾ ਹੈ ਤੇ ਮੈਂ MA B.Ed ਕੀਤੀ ਹੈ ਜੀ ਤੇ ਇੱਥੇ ਪਿਛਲੇ 5 ਸਾਲਾਂ ਤੋਂ ਨੀਰ ਸਰ ਦੇ ਨਾਲ ਬੱਚਿਆਂ ਨੂੰ ਤਿਆਰੀ ਕਰਵਾ ਰਹੀ ਹਾਂ। ਤੁਹਾਨੂੰ ਪਤਾ ਹੀ ਹੈ ਵੀ ਅੱਜ ਦੇ ਟਾਈਮ 'ਤੇ ਬੇਰੁਜ਼ਗਾਰੀ ਬਹੁਤ ਹੈ। ਇਸੇ ਬੇਰੁਜ਼ਗਾਰੀ ਦੇ ਦੌਰਾਨ ਮੈਂ ਇੰਨੀ ਕੁਆਲੀਫਿਕੇਸ਼ਨ ਦੇ ਬਾਵਜੂਦ ਵੀ MA ਟੈਟ ਪਾਸ ਕੀਤਾ ਹੈ, CTET PTET ਦੋਵੇਂ ਪਾਸ ਨੇ, ਫਿਰ ਵੀ ਬੇਰੁਜ਼ਗਾਰ ਹਾਂ। ਤੇ ਮੈਂ ਸੋਚਿਆ ਕਿਉਂ ਨਾ ਬੱਚਿਆਂ ਨੂੰ ਇੰਨੀ ਕੁ ਤਿਆਰੀ ਕਰਵਾਈ ਜਾਵੇ ਤਾਂ ਕਿ ਜਦੋਂ ਵੀ ਪੇਪਰ ਆਵੇ ਬੱਚੇ ਕਰੈਕ ਕਰਕੇ ਅੱਗੇ ਜਾਣ। ਪਹਿਲਾਂ ਮੈਂ ਖੇਤੀਬਾੜੀ ਕਰਦਾ ਸੀਗਾ ਜੀ, ਇਕੱਲਾ 1.25 ਲੱਖ ਹੀ ਹੈਗਾ ਜੀ। ਅਤੇ ਮੈਟ੍ਰਿਕ ਮਿਡਲ ਵੀ ਇੱਥੋਂ ਮੈਂ ਪਾਸ ਕੀਤੀ ਹੈ ਸਕੂਲ 'ਚੋਂ ਜੀ। ਅਤੇ ਉਸ ਤੋਂ ਬਾਅਦ ਅਸੀਂ ਨਿਹਾਲ ਕੇ ਬਣਿਆ ਸੀ। ਨੌਰੰਗ ਲਾਲ ਮਾਸਟਰ, ਆਪਣੇ ਦੀਵਾਨ ਚੰਦ ਮਾਸਟਰ, ਸੀਤਾਰਾਮ ਮਾਸਟਰ, ਉਹਨਾਂ ਕੋਲੋਂ ਸਾਡੇ ਸਕੂਲ 'ਚ ਪੜ੍ਹੇ ਹੈਗੇ। ਰੌਣਕ ਮਾਸਟਰ ਨੇ ਸਾਨੂੰ ਨਿਹਾਲ ਕੇ ਵੀ ਪੜ੍ਹਾਇਆ। ਉਹਨਾਂ ਦੀ ਬਦੌਲਤ ਨਾਲ ਹੀ ਅਸੀਂ ਜਿਹੜੇ ਖੇਡਾਂ 'ਚ ਉਹ ਸਾਡੇ ਇੰਚਾਰਜ ਹੁੰਦੇ ਸੀ, ਖੇਡਾਂ 'ਚ ਖੇਡਦੇ ਰਹੇ ਹਾਂ, ਖੇਡਾਂ 'ਚ ਚੰਗੇ ਸੀ। ਖੇਡਾਂ ਦੇ ਬੇਸ ਦੇ ਉੱਤੇ ਅਸੀਂ ਜਿਹੜੀ ਪੜ੍ਹਾਈ ਦੇ ਵਿੱਚੋਂ ਸੀਗੇ ਤੇ ਅਸੀਂ ਪੰਜਾਬ ਦੇ ਵਿੱਚੋਂ ਜੇ ਪੋਜੀਸ਼ਨਾਂ ਪਾਈਆਂ ਉਹਦੇ ਬੇਸ ਦੇ ਉੱਤੇ ਅਸੀਂ ਟੀਚਰ ਲੱਗੇ ਹਾਂ। माई सेल्फ नीरज कुमार, और अपने यहाँ पे जो अपने पास 66 जो प्राइमरी टीचर की अपने पास जो वैकेंसी निकली हुई थी उसमें जो अपना गांव डंगरखेड़े के काफ़ी कैंडिडेट 29 कैंडिडेट सेलेक्ट हुए अपने पास। उसी के दौरान मैं आपको ये कहना चाहूँगा भी यहाँ पे तकरीबन नियर जो अपने पास गांव हैं उनमें से 80 जो टीचर प्राइमरी टीचर सेलेक्ट हो चुके हैं, वो अपने सेवाएं देना शुरू कर चुके अपने पास। तो उनका पहले रुझान कैसा हुआ, कैसे उन्होंने तैयारी की, कैसे अपने पास सिलेक्शन हुए, कैसे वो आपको बताया जा रहा है। भी आप लोगों का पहले तो थैंक्स करूँगा, पंजाबी नेशनल न्यूज़ अपने पास चैनल है उसका थैंक्स करूँगा कि आप लोग यहाँ पे हमारे पास आए और आपने देखा भी बच्चे कैसे तैयारी करते हैं और कैसे अपने पास यहाँ तैयारी करने के बाद आगे गवर्नमेंट एम्प्लॉय बनते हैं। तो सबसे पहले मैं आपको ये कहूँगा भी यहाँ पे इर्द गिर्द जितने भी अपने पास टीचर हैं, आप लोगों को बताया जैसे 80 के नियर अबाउट अपने पास नज़दीक गाँवों में सिलेक्शन हुए हैं। 29 गाँव डंगरखेड़ा में से, 22 अपने पास गाँव चूड़ीवाला धन्ना से, बजीतपुर से अपने पास, निहालखेड़ा से, इर्द गिर्द घल्लू से अपने पास, तो काफ़ी कैंडिडेट के पास सिलेक्शन हुई हैं यहाँ पे। ये सभी जो कैंडिडेट सेलेक्ट हुए हैं यहाँ वो अपना डेली रूटीन में टाइम देते थे, हार्डवर्क करते थे। हमारा जो एक कोचिंग संस्थान अपने पास PCC प्रकाश कोचिंग सेंटर, वो ओवरऑल बच्चों को इतना मोटिवेट करती है, हमारी फैकल्टी इतना मोटिवेट करती है कि बच्चे किसी भी एग्ज़ाम में अपने पास, मोस्टली बात करता हूँ प्रोफेशनली जो टीचिंग की लाइन अपने पास है, उसमें कभी भी कोई भी एग्ज़ाम हो तो वो क्रैक के मोड में होती है अपने पास। यहाँ पे जो बच्चे तैयारी करने के लिए आते हैं बठिंडा शहर से, जलालाबाद से, अबोहर शहर से, मतलब ये गढ़ बन चुका है। ये बना क्यों, व्हाट इज़ द रीज़न, कारण क्या है इसका? कारण ये है कि यहाँ पे जितने भी हमारी फैकल्टी वो उनको बच्चों को मोटिवेट करती है। देखो गाइडलाइन तो सभी करते हैं अपने पास, परंतु सबसे पहली बात ये होती है ना अपने पास, जैसे मैं साइकोलॉजी करवाता हूँ सर, मैं साइकोलॉजी करवाता हूँ, ओवरऑल मैं मैथ्स भी करवाता हूँ, बायो करवाता हूँ, इंग्लिश करवाता हूँ, हिंदी भी करवाता हूँ ओवरऑल। परंतु एक साइकोलॉजी मेरा मेन सब्जेक्ट है, उसमें साइकोलॉजी में ये बोला जाता है ना कि बच्चे को इंटरनली रूप से मोटिवेट कर दो, वो हर काम करने के लिए अपने पास तत्पर हो चुके हैं। ਵਿਦਿਆ ਖੇਤਰ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਚਾਨਣ ਮੁਨਾਰਾ ਬਣੇ ਅਧਿਆਪਕ ਕੁਲਜੀਤ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਲੈਕਚਰਰ ਸੁਰਿੰਦਰ ਜੀ ਕੋਲੋਂ। ਇਸ ਪਿੰਡ ਦੇ ਜੇ ਆਪਾਂ ਕਹੀਏ ਅਧਿਆਪਨ ਦਾ ਸਭ ਤੋਂ ਪਹਿਲਾ ਮੁੱਢ ਕਿਸ ਨੇ ਬੰਨਿਆ ਤਾਂ ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਪ੍ਰਿਥੀ ਰਾਜ ਜੀ ਹੁੰਦੇ ਸੀ, ਪਹਿਲੇ ਟੀਚਰ ਸੀ ਸਾਡੇ ਪਿੰਡ ਦੇ, ਉਹ ਨੈਸ਼ਨਲ ਅਵਾਰਡੀ ਵੀ ਬਣੇ। ਉਸ ਤੋਂ ਬਾਅਦ ਮਾਸਟਰ ਰਣਜੀਤ ਰਾਮ ਜੀ, ਉਹਨਾਂ ਨੇ ਪਿੰਡ ਦੀ ਅਗਵਾਈ ਕੀਤੀ, ਬੱਚਿਆਂ ਨੂੰ ਪੜ੍ਹਾਇਆ, ਬੱਚਿਆਂ ਨੂੰ ਪੜ੍ਹਨ ਵਾਸਤੇ ਮੋਟੀਵੇਟ ਕੀਤਾ। ਉਸ ਤੋਂ ਬਾਅਦ ਮਾਸਟਰ ਨੌਰੰਗ ਲਾਲ ਜੀ, ਮਾਸਟਰ ਦੇਵ ਸਿੰਘ ਖਹਿਰਾ, ਮਾਸਟਰ ਦੀਵਾਨ ਚੰਦ, ਮਾਸਟਰ ਨੱਥੂ ਰਾਮ ਜੀ, ਇਹਨਾਂ ਲੋਕਾਂ ਨੇ ਆਪਣੇ ਮਿਹਨਤ ਨਾਲ
ਇਸ ਪਿੰਡ ਦੇ ਵਿੱਚ ਨਵੇਂ ਸਿੱਖਿਆ ਦੇ ਬੂਟੇ ਲਾਏ। ਪਿਛਲੇ ਕੁਝ ਸਾਲਾਂ ਤੋਂ ਸਾਡੇ ਪਿੰਡ ਦਾ ਇੱਕ ਚਾਨਣ ਮੁਨਾਰਾ ਕੁਲਜੀਤ ਸਿੰਘ, ਉਸ ਬੰਦੇ ਦੀ ਮਿਹਨਤ ਅਤੇ ਇਹਨਾਂ ਬੱਚਿਆਂ ਦੀ ਵੀ ਮਿਹਨਤ ਹੈ, ਉਸ 'ਚ ਕੋਈ ਸ਼ੱਕ ਨਹੀਂ ਹੈ, ਪਰ ਉਸ ਬੰਦੇ ਦੀ ਮਿਹਨਤ ਕਰਕੇ ਇਹ ਪਿੰਡ ਡੰਗਰ ਖੇੜਾ ਤੋਂ ਅੱਜ ਅਧਿਆਪਕ ਖੇੜਾ ਬਣ ਗਿਆ ਹੈ। ਮੈਂ ਕੁਲਜੀਤ ਸਿੰਘ ਪਿੰਡ ਡੰਗਰ ਖੇੜਾ ਦਾ ਰਹਿਣ ਵਾਲਾ ਔਰ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕਰ ਰਿਹਾ ਹਾਂ। ਅੱਜ ਅਸੀਂ ਇੱਕ ਪ੍ਰੋਗਰਾਮ ਕੀਤਾ ਤੁਸੀਂ ਸਾਡੇ ਪਿੰਡ ਦਾ ਮਾਣ, ਜਿਸ ਦੇ ਵਿੱਚ ਅਸੀਂ ਸਾਡੇ ਪਿੰਡ ਦੇ ਜਿਹੜੇ ਬੱਚੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਸਰਵਿਸ ਵਿੱਚ ਆਏ ਹੈ, ਲਗਭਗ 100 ਬੱਚਿਆਂ ਦਾ ਸਨਮਾਨ ਕੀਤਾ ਔਰ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਸੀ, ਜਿਸ ਵਿੱਚ ਬੱਚੇ ਔਰ ਮਾਪੇ ਹੈ ਉਹ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ। ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ETT ਅਧਿਆਪਕ ਹੈ ਉਹਨਾਂ ਦੀ ਭਰਤੀ ਹੋਈ ਹੈ, ਉਹ ਲਗਭਗ ਸਾਡੇ ਪਿੰਡ ਦੇ ਵਿੱਚੋਂ ਇਸ ਭਰਤੀ ਦੇ ਵਿੱਚ ਪਹਿਲੀਆਂ ਲਿਸਟਾਂ ਦੇ ਵਿੱਚ 31 ਦੇ ਕਰੀਬ ਬੱਚੇ ਜਿਹੜੇ ਉਹ ਹੋਏ ਹੈਗੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਲਿਸਟਾਂ ਆਉਣਗੀਆਂ ਉਹਦੇ ਵਿੱਚ 10-15 ਬੱਚੇ ਜਿਹੜੇ ਹੋਰ ਵੀ ਆਉਣਗੇ। ਔਰ ਜਿਹੜੇ ਬਾਕੀ ਮਹਿਕਮੇ ਹੈ, ਬਿਜਲੀ ਮਹਿਕਮਾ ਹੈ, ਹੈਲਥ ਮਹਿਕਮਾ ਹੈ, ਇਹਨਾਂ ਸਾਰੇ ਹੀ ਮਹਿਕਮਿਆਂ ਦੇ ਵਿੱਚ ਸਾਡੇ ਪਿੰਡ ਦੇ ਜਿਹੜਾ ਬਹੁਤ ਵੱਡਾ ਨਾਮ ਹੈਗਾ। ਜਿਹੜੀਆਂ ਸੁਰੱਖਿਆ ਸੇਨਾਵਾਂ ਹੈਗੀਆਂ ਉਸ ਵਿੱਚ ਵੀ ਲਗਭਗ 40 ਦੇ ਕਰੀਬ ਜਿਹੜੇ ਹੈ ਜਵਾਨ ਹੈ ਉਹ ਕੰਮ ਕਰਦੇ ਹੈ। ਇਸ ਤੋਂ ਇਲਾਵਾ ਲੜਕੀਆਂ ਵੀ ਸਾਡੀਆਂ ਜਿਹੜੀਆਂ ਪੁਲਿਸ ਦੇ ਵਿੱਚ, ਅੱਜ ਇੱਕ ਲੜਕੀ ਸੁਨੀਤਾ ਰਾਣੀ ਨੂੰ ਅਸੀਂ ਸਨਮਾਨਿਤ ਕੀਤਾ, ਉਹ ਹੁਣੇ ਰੀਸੈਂਟਲੀ ਇੰਸਪੈਕਟਰ ਬਣੀ ਹੈਗੀ ਆ। ਸਬ ਇੰਸਪੈਕਟਰ ਵੀ ਸਾਡੀ ਬੱਚੀਆਂ ਹੈਗੀਆਂ, BSF ਦੇ ਵਿੱਚ ਵੀ ਸਾਡੀਆਂ ਬੱਚੀਆਂ ਹੈਗੀਆਂ। ਔਰ ਪਿੰਡ ਦੇ ਵਿੱਚ ਬਹੁਤ ਵੱਡਾ ਟ੍ਰੈਂਡ ਚੱਲ ਰਿਹਾ ਹੈਗਾ ਇੱਕ ਗੌਰਮੈਂਟ ਜੋਬ ਪ੍ਰਾਪਤ ਕਰਨ ਵਾਸਤੇ। ਆਮ ਤੌਰ 'ਤੇ ਅਸੀਂ ਪੰਜਾਬ ਦੇ ਵਿੱਚ ਵੇਖਦੇ ਹਾਂ ਕਿ ਬੱਚੇ ਪੜ੍ਹ ਲਿਖ ਕੇ ਬਾਹਰ ਤੁਰੇ ਜਾਂਦੇ ਹੈਗੇ, ਪਰ ਸਾਡੇ ਪਿੰਡ ਦੇ ਜਿਹੜੇ ਬੱਚੇ ਹੈਗੇ ਆ ਉਹ ਗੌਰਮੈਂਟ ਜੋਬ ਪ੍ਰਾਪਤ ਕਰਨ ਦੇ ਵਾਸਤੇ ਜਿਹੜੀ ਬਹੁਤ ਦਿਨ ਰਾਤ ਮਿਹਨਤ ਕਰਦੇ ਹੈਗੇ ਆ ਔਰ ਮਾਪੇ ਉਹਨਾਂ ਦਾ ਜਿਹੜਾ ਪੂਰਾ ਸਹਿਯੋਗ ਦਿੰਦੇ ਹੈਗੇ ਆ, ਕਿਉਂਕਿ ਮਾਪਿਆਂ ਦੇ ਸਹਿਯੋਗ ਤੋਂ ਬਿਨਾਂ, ਟੀਚਰਾਂ ਦੀ ਗਾਈਡੈਂਸ ਤੋਂ ਬਿਨਾਂ ਜਿਹੜਾ ਕੁਝ ਵੀ ਸੰਭਵ ਨਹੀਂ ਹੈਗਾ। ਔਰ ਟੀਚਰਸ ਜਿਹੜੇ ਇੱਥੇ ਸਾਡੇ ਪਹਿਲਾਂ ਵੀ ਲਗਭਗ 200 ਦੇ ਕਰੀਬ ਟੀਚਰ ਹੈਗੇ ਆ, ਸਾਰੇ ਹੀ ਗਾਈਡ ਕਰਦੇ ਆ ਬੱਚਿਆਂ ਨੂੰ ਔਰ ਸਹਿਯੋਗ ਕਰਦੇ ਆ ਉਹਨਾਂ ਨੂੰ, ਉਹਨਾਂ ਦੀ ਆਰਥਿਕ ਮਦਦ ਕਰਦੇ ਹੈਗੇ ਔਰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੰਦੇ। ਔਰ ਬਹੁਤ ਹੀ ਖੁਸ਼ੀ ਹੋ ਰਹੀ ਹੈ ਮੈਨੂੰ ਦੱਸਦਿਆਂ ਹੋਇਆਂ ਕਿ ਸਾਡੇ ਪਿੰਡ ਦੇ ਵਿੱਚ 5 ਜਿਹੜੀਆਂ ਹੈ ਲਾਇਬ੍ਰੇਰੀਆਂ ਬਣੀਆਂ ਹੋਈਆਂ ਔਰ ਉਹਨਾਂ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਪੂਰੀ ਤਰ੍ਹਾਂ ਨਾਲ ਫਿਲਡ ਹੈਗੀਆਂ। ਉਹਨਾਂ 'ਚ ਬਹੁਤ ਹੀ ਵਧੀਆ ਵਾਤਾਵਰਨ, AC ਵਗੈਰਾ, ਵਾਈਫਾਈ ਦੀ ਜਿਹੜੀ ਫੈਸਿਲਿਟੀ ਹੈਗੀ ਹੈ, ਪੂਰਾ ਸ਼ਾਂਤ ਵਾਤਾਵਰਨ ਮਿਲਦਾ ਹੈਗਾ। ਔਰ ਬੱਚੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਪੜ੍ਹਦੇ ਹੈਗੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਬੱਚੇ ਹੈਗੇ ਬਹੁਤ ਵਧੀਆ ਮੁਕਾਮ ਹੈ ਜਿਹੜਾ ਹਾਸਲ ਕਰਨਗੇ। ਔਰ ਇਹ ਵੀ ਇੱਕ ਹੈ ਇੱਕ ਧੱਬੇ ਜਿਹੀ ਵਾਲੀ ਗੱਲ ਲੱਗਦੀ ਸੀ ਸਾਨੂੰ, ਸਾਡੇ ਪਿੰਡ ਦਾ ਨਾਮ ਹੈ ਜਿਹੜਾ ਡੰਗਰ ਖੇੜਾ ਹੈਗਾ, ਪਰ ਅੱਜ ਅਸੀਂ ਜਿੱਥੇ ਕਿਤੇ ਵੀ ਜਾਂਦੇ ਹਾਂ ਬੜੇ ਨਾਂ ਵਾਲਾ ਪਿੰਡ ਬਣ ਗਿਆ ਹੈਗਾ। ਬੜਾ ਸਾਨੂੰ ਮਾਣ ਮਹਿਸੂਸ ਹੁੰਦਾ ਸਾਡੇ ਡੰਗਰ ਖੇੜਾ ਪਿੰਡ ਦੇ ਉੱਤੇ ਕਿ ਜਿਹੜਾ ਹੈ ਸਾਡੇ ਬੱਚਿਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਹੈਗਾ। ਔਰ ਬਹੁਤ ਵਧੀਆ ਜਿਹੜਾ ਮਹਿਸੂਸ ਹੋ ਰਿਹਾ ਮੈਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਸ਼ਾਮਲ ਹੋਇਆ ਔਰ ਬੱਚਿਆਂ ਨੂੰ ਸਨਮਾਨ ਕੀਤਾ। ਬੱਚਿਆਂ ਦਾ ਬਹੁਤ ਵੱਡਾ ਚਾਅ ਸੀਗਾ, ਉਹਦੇ ਵਿੱਚ ਮਾਪਿਆਂ ਦਾ ਇੱਕ ਬਹੁਤ ਵੱਡਾ ਚਾਅ ਸੀਗਾ। ਔਰ ਇਸ ਪ੍ਰੋਗਰਾਮ ਦਾ ਇੱਕੋ ਇੱਕ ਮਕਸਦ ਸੀ ਕਿ ਜਿਹੜੇ ਸਾਡੇ ਹੋਰ ਬੱਚੇ ਹੈਗੇ ਆ ਉਹ ਮੋਟੀਵੇਟ ਹੋਣ, ਉਹਨਾਂ ਨੂੰ ਵੀ ਕੋਈ ਆਪਣੇ ਆਪ ਅੰਦਰੋਂ ਇਨਸਪੀਰੇਸ਼ਨ ਉੱਠੇ ਔਰ ਉਹ ਵੀ ਸਾਡੇ ਪਿੰਡ ਦਾ, ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨ ਔਰ ਵੱਖ-ਵੱਖ ਅਹੁਦਿਆਂ ਦੇ ਉੱਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨ। ਇਸੇ ਤਰੀਕੇ ਦੇ ਪ੍ਰੋਗਰਾਮ ਹੈ ਜਿਹੜੇ ਲਗਾਤਾਰ ਅਸੀਂ ਕੋਸ਼ਿਸ਼ ਹੈਗੀ ਅਸੀਂ ਜਾਰੀ ਰੱਖੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ। ਔਰ ਜਿਹੜੇ ਹੈ ਵੱਖਰੇ ਮਹਿਕਮਿਆਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਲਗਭਗ 450 ਦੇ ਕਰੀਬ ਸਰਕਾਰੀ ਮੁਲਾਜ਼ਮ ਹੈਗੇ ਆ, ਜਿਸ ਦੇ ਵਿੱਚ ਵੱਖਰੇ ਕੁੱਲ ਜਿਹੜੇ ਵਿਭਾਗ ਹੈਗੇ ਪੰਜਾਬ ਸਰਕਾਰ ਦੇ ਉਹਨਾਂ ਦੇ ਵਿੱਚ ਹੈ ਮਤਲਬ ਕੰਮ ਕਰਦੇ ਹੈਗੇ ਆ। ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੱਡੇ ਅਫੀਸਰਸ ਹੈਗੇ ਆ ਉਹ ਵੀ ਦਿਆਂਗੇ ਜ਼ਰੂਰ। ਇਹੋ ਜਿਹਾ ਸਾਡਾ ਸੁਪਨਾ ਹੈਗਾ। ਕਹਿੰਦੇ ਹੈਗੇ ਆ ਵੀ ਦੀਵਾ ਰੋਸ਼ਨੀ ਤਾਂ ਹੀ ਦੇ ਸਕਦਾ ਜੇ ਉਹ ਆਪਣਾ ਤੇਲ ਸਾੜਦਾ, ਅਤੇ ਇਹਦੇ ਵਾਸਤੇ ਬਈ ਮਿਹਨਤ ਕਰਨੀ ਪੈਂਦੀ ਹੈਗੀ ਹੈ। ਅਤੇ ਅਸੀਂ ਇਸ ਵਾਸਤੇ ਦਿਨ ਰਾਤ ਜਿਹੜਾ ਇੱਕ ਕਰੀਬ ਹੈਗੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਡੰਗਰ ਖੇੜਾ ਹੈਗਾ ਜਿਹੜਾ ਹੋਰ ਵੀ ਇੰਡੀਆ ਦੇ ਨਕਸ਼ੇ ਦੇ ਉੱਤੇ ਛਾਏਗਾ, ਇਹ ਮੇਰੀ ਕਾਮਨਾ ਹੈਗੀ ਹੈ। ਸਤਿ ਸ਼੍ਰੀ ਅਕਾਲ, ਮੈਂ ਪੂਜਾ, ਮੈਥ ਮਿਸਟਰਸ ਡੰਗਰ ਖੇੜਾ ਪਿੰਡ ਤੋਂ। ਸਾਰੇ ਬੱਚੇ ਜਿਹੜੇ ਕਿ ਅਲੱਗ-ਅਲੱਗ ਪੋਸਟਾਂ 'ਤੇ ਲੱਗੇ ਆ ਉਹ ਸਾਰੇ ਆਪਣੇ ਘਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਸਟਰਗਲ ਕਰਕੇ ਹੀ ਅੱਗੇ ਵਧੇ ਹਨ। ਉਹਨਾਂ ਨੂੰ ਆਪਣੀ ਪੜ੍ਹਾਈ ਦੇ ਦੌਰਾਨ, ਆਪਣੀ ਜੌਬ ਦੇ ਦੌਰਾਨ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਹਨ। ਇਸ ਪਿੰਡ ਦੇ ਵਿੱਚੋਂ ਲਗਭਗ ਹਰ ਇੱਕ ਘਰ ਦੇ ਵਿੱਚੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਪੋਸਟ 'ਤੇ ਮੁਲਾਜ਼ਮ ਲੱਗਿਆ ਹੋਇਆ ਹੈ। ਜਿਵੇਂ ਕਿ ਮੈਂ ਮੇਰੇ ਘਰ ਦੀ ਗੱਲ ਕਰਾਂ, ਮੇਰੇ ਘਰ ਦੇ ਵਿੱਚ ਮੈਂ ਅਤੇ ਮੇਰੇ ਭਰਾ ਸਰਕਾਰੀ ਜੌਬ ਦੇ ਵਿੱਚ ਲੱਗੇ ਹਾਂ।
ਅਸੀਂ ਦੋਨੋਂ ਇੱਕ ਪ੍ਰਾਇਮਰੀ ਡਿਪਾਰਟਮੈਂਟ ਦੇ ਵਿੱਚ ਟੀਚਰ ਲੱਗੇ ਆ ਤੇ ਮੈਂ ਮੈਥ ਮਿਸਟਰਸ ਹਾਈ ਸਕੂਲ ਦੇ ਵਿੱਚ ਹੈਗੀ ਹਾਂ। ਇਸ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਬੱਚੇ ਪੜ੍ਹ ਰਹੇ ਆ, ਬਹੁਤ ਮਿਹਨਤ ਕਰ ਰਹੇ ਹਨ ਤੇ ਅਲੱਗ-ਅਲੱਗ ਮੁਕਾਮ ਤੇ ਪਹੁੰਚ ਰਹੇ ਹਨ। ਸਾਰਿਆਂ ਦੇ ਸਦਕੇ ਸਕੂਲ ਦੀ ਸਭ ਤੋਂ ਵੱਡੀ ਦੇਣ ਹੈਗੀ ਇੱਥੇ ਅਧਿਆਪਕਾਂ ਦੀ ਕਿ ਉਹਨਾਂ ਨੇ ਪੜ੍ਹਾਇਆ, ਵਧੀਆ ਸਾਨੂੰ ਗਾਈਡ ਕੀਤਾ ਤੇ ਸਾਰੇ ਅਲੱਗ-ਅਲੱਗ ਮੁਕਾਮ ਤੇ ਪਹੁੰਚ ਰਹੇ ਹਨ। ਸਾਰੇ ਕਿਸੇ ਦੇ ਪੈਰੈਂਟਸ ਘੱਟ ਜ਼ਮੀਨਾਂ ਵਾਲੇ, ਮਜ਼ਦੂਰੀ ਵਾਲੇ ਬੱਚੇ ਆਪਣੇ ਆਪ ਮਿਹਨਤ ਕਰਕੇ ਇੱਥੇ ਲੱਗ ਰਹੇ ਹਨ। ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਵੱਖ-ਵੱਖ ਅਧਿਆਪਕਾਂ ਦੇ ਦੁਆਰਾ ਕਿ ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ ਜਾ ਸਕਦੇ ਹੋ। ਅੱਗੇ ਤੋਂ ਹੀ ਇਹੀ ਉਮੀਦ ਕਰਾਂਗੇ ਕਿ ਬੱਚੇ ਆਪਣੀ ਮਿਹਨਤ ਕਰਨ ਤੇ ਆਪਣਾ ਮੁਕਾਮ ਹਾਸਿਲ ਕਰੇ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰੁਪਿੰਦਰ ਕੌਰ ਹੈ। ਮੇਰੀ ਭਰਤੀ 3704 ਕੈਡਰ ਦੇ ਵਿੱਚ ਬਤੌਰ ਸਾਇੰਸ ਮਿਸਟਰਸ ਹੋਈ ਹੈ। ਮੈਂ ਮਖੂ ਦੇ ਵਿੱਚ ਆਪਦੀ ਸੇਵਾ ਨਿਭਾ ਰਹੀ ਹਾਂ। ਆਮ ਕੁੜੀਆਂ ਦੀ ਤਰ੍ਹਾਂ ਮੇਰਾ ਸਟਰਗਲ ਵੀ ਬਹੁਤ ਨਾਰਮਲ ਹੈ, ਪਰ ਮੈਨੂੰ ਇਨਸਪਾਇਰ ਕਰਨ ਦੇ ਲਈ ਮੇਰੇ ਕੁਲਜੀਤ ਸਰ ਮੇਰੇ ਪੇਰੈਂਟਸ ਸੀ ਜਿਨ੍ਹਾਂ ਨੇ ਮੈਨੂੰ ਦਿਨ ਰਾਤ ਸਪੋਰਟ ਕੀਤਾ, ਮੇਰੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਮੇਰੀ ਮਦਦ ਕੀਤੀ। ਜ਼ਿਆਦਾ ਰਿਚ ਫੈਮਿਲੀ ਨੂੰ ਅਸੀਂ ਬਿਲੋਂਗ ਨਹੀਂ ਕਰਦੇ। ਸਾਡੇ ਕੋਲ ਸਿਰਫ ਐਜੂਕੇਸ਼ਨ ਸੀ ਜਿਹਦੇ ਨਾਲ ਅਸੀਂ ਪਹਿਚਾਣ ਬਣਾ ਸਕਦੇ ਸੀ। ਆਪਦੇ ਵੱਡਿਆਂ ਨੂੰ ਦੇਖਦਿਆਂ ਹੋਇਆਂ, ਆਪਦੇ ਗਾਈਡਿੰਗ ਟੀਚਰਸ ਨੂੰ ਦੇਖਦਿਆਂ ਹੋਇਆਂ, ਉਹਨਾਂ ਤੋਂ ਇੰਸਪੀਰੇਸ਼ਨ ਲੈਂਦਿਆਂ ਹੋਇਆਂ ਅਸੀਂ ਆਪਦੇ ਮਿਹਨਤ ਦੇ ਪੱਥ 'ਤੇ ਡਟੇ ਰਹੇ ਤੇ ਅੱਜ ਇਸ ਮੁਕਾਮ 'ਤੇ ਪਹੁੰਚ ਪਾਏ ਹਾਂ ਵੀ ਆਪਦੇ ਪਿੰਡ ਨੂੰ ਇੱਕ ਮਾਣ ਮਹਿਸੂਸ ਕਰਵਾ ਸਕੇ ਹਾਂ। ਲੜਕੀ ਹੋਣ ਦੇ ਨਾਤੇ ਸੋਸਾਇਟੀ ਥੋੜ੍ਹਾ ਇਹ ਕਹਿੰਦੀ ਸੀਗੀ ਵੀ ਪੜ੍ਹਾਈ ਕਰਾ ਕੇ ਕੀ ਲੈਣਾ ਲੜਕੀਆਂ ਨੂੰ, ਲੜਕੀਆਂ ਨੇ ਤਾਂ ਦੂਸਰੇ ਘਰ ਹੀ ਚਲੇ ਜਾਣਾ। ਪਰ ਜਦੋਂ ਤੁਹਾਡੇ ਕੋਲ ਇੱਕ ਇੰਸਪਾਇਰਿੰਗ ਟੀਚਰ ਹੋਵੇ ਜਾਂ ਕੋਈ ਐਦਾਂ ਦਾ ਪਰਸਨ ਹੋਵੇ ਜੋ ਤੁਹਾਨੂੰ ਮੋਟੀਵੇਟ ਕਰਦਾ ਹੋਵੇ ਵੀ ਨਹੀਂ ਸਿਰਫ ਆਹੀ ਚੀਜ਼ ਨਹੀਂ, ਤੁਸੀਂ ਹੋਰ ਵੀ ਅੱਗੇ ਕਰ ਸਕਦੇ ਹੋ, ਤੁਸੀਂ ਫਿਰ ਉਹ ਜਿਹਾ ਮਾਈਂਡਸੈਟ ਵੀ ਬਦਲ ਸਕਦੇ ਹੋ। ਅੱਜ ਮੇਰੇ ਪੇਰੈਂਟਸ ਮੈਨੂੰ ਇਹ ਵੀ ਕਹਿੰਦੇ ਆ ਵੀ ਤੂੰ ਅੱਗੇ PhD ਵੀ ਕਰਨੀ ਹੈ। ਪਿੰਡ ਦੇ ਵਿੱਚ ਹੁੰਦਿਆਂ ਹੋਇਆਂ ਵੀ, ਸਰਕਾਰੀ ਸਕੂਲ 'ਚੋਂ ਪੜ੍ਹਦਿਆਂ ਹੋਇਆਂ ਵੀ ਮੈਂ ਇੰਸਪਾਇਰ ਹੋ ਕੇ MSc ਪੰਜਾਬ ਯੂਨੀਵਰਸਿਟੀ ਤੋਂ ਕਰਕੇ ਆਈ ਬੋਟਨੀ ਸਬਜੈਕਟ ਦੇ ਵਿੱਚ। ਉਸ ਤੋਂ ਇਲਾਵਾ ਮੈਂ ਆਪਦੀ ਟੀਚਿੰਗ ਲਾਈਨ ਦੇ ਵਿੱਚ ਵੀ ਐਕਸੈਲ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਆਪਦਾ ਬੈਸਟ ਦੇਣ ਦੀ ਕੋਸ਼ਿਸ਼ ਕਰਨੀ ਆ। ਮੇਰੇ ਮਾਤਾ ਜੀ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੂੰ ਇੱਕ ਜਣੇ ਦੀ ਨਹੀਂ ਤੂੰ ਹਜ਼ਾਰਾਂ ਲਾਈਫ ਚੇਂਜ ਕਰ ਸਕਦੀ ਹੈ। ਅਤੇ ਅੱਜ ਮੈਂ ਉਹ ਚੀਜ਼ ਵਾਕਈ ਦੇਖਦੀ ਹਾਂ ਜਦੋਂ ਬੱਚਿਆਂ ਨੂੰ ਉਹ ਛੋਟੀਆਂ-ਛੋਟੀਆਂ ਨਜ਼ਰਾਂ ਮੈਨੂੰ ਦੇਖਦੀਆਂ ਨੇ, ਮੇਰੀਆਂ ਗੱਲਾਂ 'ਤੇ ਯਕੀਨ ਕਰਦੀਆਂ ਨੇ ਅਤੇ ਉਹ ਵੀ ਕੁਝ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਅਤੇ ਮੇਰੀ ਹਮੇਸ਼ਾ ਹੀ ਆਪਦੇ ਟੀਚਰ ਸਾਹਿਬਾਨ ਨੂੰ ਦੇਖਦਿਆਂ ਹੋਇਆਂ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ, ਉਹਨਾਂ ਨੂੰ ਦੇਖਦਿਆਂ ਹੋਇਆਂ ਹੁਣ ਇੱਕ ਇੱਛਾ ਹੈ ਵੀ ਜੋ ਵੀ ਮੈਂ ਆਪਦੀ ਲਾਈਫ ਦੇ ਵਿੱਚ ਕਰੂੰਗੀ ਆਪਦੇ ਪਿੰਡ ਦੇ ਮਾਣ ਨੂੰ ਵਧਾਉਂਦਿਆਂ ਹੀ ਕਰੂੰਗੀ। ਅਤੇ ਇਹ ਸਾਡੇ ਪਹਿਲਾ ਮਾਈਲਸਟੋਨ ਹੈ। ਅਸੀਂ ਪਿੰਡ ਨੂੰ ਹਜੇ ਹੋਰ ਵੀ ਬਹੁਤ ਅੱਗੇ ਲੈ ਕੇ ਜਾਵਾਂਗੇ। ਤੁਸੀਂ ਦੇਖ ਰਹੇ ਸੀ ਦ੍ਰਿਸ਼ ਇਸ ਵਕਤ ਡੰਗਰ ਖੇੜਾ ਪਿੰਡ ਦੇ, ਜਿੱਥੇ ਇਹਨਾਂ ਲੋਕਾਂ ਨੇ ਮਿਹਨਤ ਕਰਕੇ ਉਹ ਮਿੱਥ ਤੋੜ ਦਿੱਤੀ ਕਿ ਪ੍ਰਾਈਵੇਟ ਅਦਾਰਿਆਂ ਵਿੱਚ ਵੱਡੀ ਲੁੱਟ ਕਰਵਾ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਹੀ ਜੌਬਾਂ ਤੱਕ ਨਹੀਂ ਪਹੁੰਚਾਇਆ ਜਾ ਸਕਦਾ। ਜੇਕਰ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਬੰਧ ਚੰਗਾ ਹੋਵੇ, ਪਿੰਡ ਦਾ ਸਾਥ ਚੰਗਾ ਹੋਵੇ, ਮਾਹੌਲ ਹੋਵੇ, ਤੇ ਜਿਹੜੇ ਪੁਰਾਣੇ ਤੁਹਾਡੇ ਪੜ੍ਹੇ ਹੋਏ ਸਾਥੀ ਨੇ, ਟੀਚਰ ਨੇ, ਉਹ ਜਦੋਂ ਬੱਚਿਆਂ ਦੀ ਮਦਦ ਕਰਦੇ ਆ, ਬੱਚਿਆਂ ਦੀ ਤਿਆਰੀ ਕਰਾਉਂਦੇ ਆ, ਤੇ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਵੱਖਰੇ ਹੋ ਕੇ ਜੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਕੇ ਵੀ ਵੱਡੀਆਂ ਜੌਬਾਂ, ਵੱਡੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮਿੱਥ ਨੂੰ ਤੋੜਦਿਆਂ ਡੰਗਰ ਖੇੜਾ ਦੇ ਲੋਕਾਂ ਨੇ ਜਿਸ ਤਰ੍ਹਾਂ ਸਿੱਖਿਆ ਵਿਭਾਗ ਦੇ ਵਿੱਚ ਆਪਣੀ ਛਾਪ ਛੱਡੀ ਆ, ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਜਦ ਵੀ ਪੰਜਾਬ ਦੇ ਵਿੱਚ ਕੋਈ ਨੌਕਰੀ ਨਿਕਲਦੀ ਆ, ਕੋਈ ਨੌਕਰੀ ਇਸ ਤਰ੍ਹਾਂ ਦੀ ਨਹੀਂ ਗੀ ਕਿ ਇਸ ਪਿੰਡ ਦਾ ਬੱਚਾ ਉਸ ਨੌਕਰੀ ਦੇ ਵਿੱਚ ਭਰਤੀ ਨਾ ਹੋਵੇ। ਸ਼ੁਭ ਕਾਮਨਾਵਾਂ ਨੇ ਇਸ ਲਗਨ ਨੂੰ, ਪਿੰਡ ਦੀ ਨੂੰ, ਇਸ ਟੀਮ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਮੰਜ਼ਿਲ ਦੇ ਉੱਤੇ ਲਿਜਾਣ ਲਈ ਉਹਨਾਂ ਦਾ ਸਾਥ ਦਿੱਤਾ।